ਜ਼ਮੀਨ ਜਾਇਦਾਦ ਭਾਵੇਂ ਜਿੰਨੀ ਮਰਜ਼ੀ ਹੋਵੇ, ਪਰ ਔਰਤ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੁੰਦੀ ਹੈ। ਸਿਆਣੇ ਕਹਿੰਦੇ ਨੇ, ਸੋਹਣੀ ਜਨਾਨੀ ਝੁੱਡੂਆਂ ਨੂੰ ਜੁੜਦੀ ਹੈ, ਪਰ ਇਹ ਟੀਸੀ ਵਾਲਾ ਬੇਰ ਜੱਟ ਦੀ ਝੋਲੀ 'ਚ ਡਿੱਗਿਆ। ਜੱਟ ਦੀ ਬੇਰੰਗੀ ਜ਼ਿੰਦਗੀ ਵਿੱਚ ਰੰਗ ਭਰਨ ਲਈ ਇੱਕ ਖੂਬਸੂਰਤ ਮਟਿਆਰ ਦਾ ਆਉਣਾ, ਇਹ ਵੀ ਤਾਂ ਕਿਸਮਤ ਦੀ ਖੇਡ ਹੀ ਸੀ। ਪੂਰਨਿਆ, ਹਾਂਜੀ ਗਾਵਾਂ ਨੂੰ ਦਾਣਾ ਪਾ ਦੀ ਤੇ ਮੱਝਾਂ ਨੂੰ ਚਾਰਾ ਪਾ ਦੀ। ਹਾਂ ਸਰਦਾਰਨੀ, ਮੈਨੂੰ ਪਤਾ, ਮੈਂ ਰੋਜ਼ ਤਾਂ ਪਾਉਣਾ ਜੀ। ਨੀ ਬਲਵੀਰ ਕੌਰੇ, ਇਹਨੂੰ ਸਭ ਪਤਾ ਹੈ। ਜਾ ਪੁੱਤ ਤੂੰ ਆਪਣਾ ਕੰਮ ਕਰ। ਠੀਕ ਹੈ ਬਲਵੀਰ ਜੀ। ਕੌਰੇ, ਜਾ ਮੇਰੇ ਲਈ ਇੱਕ ਚਾਹ ਦਾ ਕੱਪ ਲੈ ਕੇ ਆਇਆ, ਮੈਂ ਖੇਤ ਗੇੜਾ ਮਾਰ ਕੇ ਆਇਆ। ਠੀਕ ਹੈ ਸਰਦਾਰ ਜੀ। ਅੱਛਾ ਬਾਈ ਜੀ, ਮੈਂ ਜਰਾ ਸ਼ਹਿਰ ਨੂੰ ਚੱਲਿਆ, ਉੱਤੋਂ ਹੀ ਲੇਟ ਹੋ ਜਾਊਂਗਾ, ਵੇਲਾ ਕੁ ਵੇਲਾ ਹੋ ਜਾਣਾ, ਇੰਤਜ਼ਾਰ ਨਾ ਕਰਨਾ। ਛੋਟਿਆ, ਮੈਂ ਕਈ ਦਿਨਾਂ ਤੋਂ ਦੇਖ ਰਿਹਾ, ਤੂੰ ਅੱਧੀ ਅੱਧੀ ਰਾਤ ਘਰੇ ਵੜਦਾ ਹੈ। ਦੇਖੀ ਕਿਤੇ ਉਹੀ ਨਾ ਮੂੰਹ ਕਾਲਾ ਕਰਾ ਦੀ ਸਾਡਾ। ਓਹੋ ਬਾਈ ਜੀ, ਮੈਂ ਕਿਹੜਾ ਕੱਲ ਦਾ ਜਵਾ ਗਿਆ, ਮੈਨੂੰ ਆਪਣੇ ਚੰਗੇ ਮਾੜੇ ਦਾ ਸਾਰਾ ਪਤਾ ਆ, ਤੁਸੀਂ ਐਵੇਂ ਨਾ ਚਿੰਤਾ ਕਰਿਆ ਕਰੋ। ਸਰਦਾਰ ਜੀ, ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਓਹੋ, ਥੱਕਿਆ ਮੈਂ ਖੇਤ ਜਾ ਕੇ। ਮੈਂ ਤੇਰੀ ਫੇਰ ਗੱਲ ਸੁਣਦਾ, ਮੈਂ ਚਾਹ ਦੀ ਘੁੱਟ ਪੀ ਲਾਂ। ਠੀਕ ਹੈ ਜੀ। ਸਰਦਾਰ ਜੀ, ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਜੀ। ਹਾਂ ਹਾਂ, ਝਿਜਕਦਾ ਕਿਉਂ ਆ ਪੂਰਨਿਆ? ਖੁੱਲ ਕੇ ਦੱਸ ਕੀ ਗੱਲ ਹੈ। ਕਈ ਵਾਰ ਪਹਿਲਾਂ ਵੀ ਗੱਲ ਇਹ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਮੈਂ ਕਹਿ ਨਹੀਂ ਪਾਇਆ ਜੀ। ਓਹੋ, ਤੂੰ ਪੁੱਤ ਖੁੱਲ ਕੇ ਦੱਸ, ਹੋਇਆ ਕੀ ਹੈ? ਝਿਜਕ ਨਾ। ਸਰਦਾਰ ਜੀ, ਤੁਹਾਡੇ ਛੋਟੇ ਭਰਾ ਖੁਸ਼ਬਾਜ ਤੇ ਮੇਰੀ ਘਰ ਵਾਲੀ ਵਿੱਚ ਕੁਝ ਚੱਲ ਰਿਹਾ ਹੈ ਜੀ। ਕੀ ਬਕਵਾਸ ਕਰਦਾ ਤੂੰ? ਬਕਵਾਸ ਨਹੀਂ ਕਰ ਰਿਹਾ ਜੀ, ਇਹ ਸੱਚ ਹੈ ਜੀ। ਮੈਂ 2-3 ਵਾਰ ਉਹਨਾਂ ਨੂੰ ਫੋਨ ਤੇ ਗੱਲ ਕਰਦੇ ਵੀ ਦੇਖਿਆ ਜੀ। ਪਰ ਇਹ ਗੱਲ ਕਿਸੇ ਨੂੰ ਦੱਸੀ ਤਾਂ ਨਹੀਂ? ਨਹੀਂ ਸਰਦਾਰ ਜੀ, ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਸਹੀ ਸਮਝਿਆ ਜੀ। ਇਹ ਗੱਲ ਕਿਸੇ ਕੋਲ ਦੱਸੀ ਵੀ ਨਾ? ਸਰਦਾਰ ਜੀ, ਮੈਨੂੰ ਤੁਹਾਡੇ ਤੇ ਯਕੀਨ ਹੈ ਜੀ, ਤੁਸੀਂ ਮੇਰਾ ਭਲਾ ਹੀ ਕਰੋਗੇ ਜੀ। ਕੀ ਗੱਲ ਸਰਦਾਰ ਜੀ, ਬੜੀਆਂ ਡੂੰਘੀਆਂ ਸੋਚਾਂ 'ਚ ਪਏ ਹੋ। ਕੀ ਦੱਸਾਂ, ਜੇ ਕੋਈ ਡੰਗਰ ਪਸ਼ੂ ਮਾੜਾ ਨਿਕਲਿਆ ਵੇ, ਘੱਟ ਵੱਧ ਕਰਕੇ ਵੇਚ ਦੀਏ, ਪਰ ਕੀ ਕਰੀਏ ਜੇ ਘਰ ਦਾ ਜੀ ਮਾੜਾ ਨਿਕਲ ਗਿਆ। ਕੀ ਬੁਝਾਰਤਾਂ ਜੀਆਂ ਪਾਈ ਜਾ ਰਹੇ ਹੋ? ਸਿੱਧੀ ਤਰ੍ਹਾਂ ਦੱਸੋ ਕੀ ਗੱਲ ਹੈ। ਆਪਣਾ ਛੋਟਾ ਨਾ ਪੂਰਨ ਦੀ ਘਰ ਵਾਲੀ ਨਾਲ ਖੇ ਖਾਂਦਾ ਫਿਰਦਾ। ਹਾਏ ਰੱਬਾ, ਇਹ ਕੀ ਕਹੀ ਜਾ ਰਹੇ ਹੋ? ਤੁਹਾਨੂੰ ਕਿਹਨੇ ਦੱਸਿਆ? ਮੈਨੂੰ ਪੂਰਨੇ ਨੇ ਦੱਸਿਆ ਵੀ ਮੈਂ ਆਪਣੇ ਅੱਖੀਂ ਦੇਖਿਆ। ਮੈਂ ਤਾਂ ਤੁਹਾਨੂੰ ਕਹਿੰਨੀ ਆ,
ਇਹਦਾ ਕੋਈ ਮਾੜਾ ਚੰਗਾ ਘਰ ਦੇਖ ਕੇ ਨਾ ਇਹਦਾ ਮੱਥਾ ਡੰਮੋ, ਨਹੀਂ ਤਾਂ ਸਾਰੇ ਪਿੰਡ 'ਚ ਆਪਣੀ ਬੇਇੱਜ਼ਤੀ ਕਰਾਊਗਾ। ਉਹ ਤੇਰੇ ਨੱਕ ਥੱਲੇ ਕੋਈ ਆਵੇ ਤਾਂ ਸਹੀ। ਤੈਨੂੰ ਕਿੰਨੇ ਰਿਸ਼ਤੇ ਦਿਖਾਏ, ਜੇ ਤੂੰ ਮੰਨ ਜਾਂਦੀ ਅੱਜ 2 ਜਵਾਕਾਂ ਦਾ ਪਿਓ ਹੁੰਦਾ। ਜੇ ਵੱਡੇ ਸਰਦਾਰ ਨੇ ਮੇਰਾ ਮਸਲਾ ਹੱਲ ਨਾ ਕੀਤਾ ਨਾ, ਤਾਂ ਇਹ ਮਸਲਾ ਤਾਂ ਮੈਂ ਹੁਣ ਆਪ ਹੀ ਹੱਲ ਕਰਾਂ। ਬਲਵੀਰ ਕੌਰੇ, ਬੜੀਆਂ ਡੂੰਘੀਆਂ ਸੋਚਾਂ 'ਚ ਬੈਠੀਆਂ, ਕੀ ਗੱਲ ਹੋ ਗਈ? ਨਹੀਂ ਸਰਦਾਰ ਜੀ, ਬਸ ਉਹੀ। ਗੱਲ ਤਾਂ ਕੋਈ ਹੈ, ਤੂੰ ਪਰ ਮੈਨੂੰ ਦੱਸਣਾ ਨਹੀਂ ਚਾਹੁੰਦੀ, ਕੁਝ ਲੁਕਾਉਣਾ ਚਾਹੁੰਦੀ ਐ। ਨਹੀਂ ਨਹੀਂ ਸਰਦਾਰ ਜੀ, ਮੈਂ ਤਾਂ ਇਹ ਸੋਚ ਰਹੀ ਸੀ ਕਿ ਖੁਸ਼ਬਾਜ ਦੇ ਵਿਆਹ ਦੀ ਉਮਰ ਤਾਂ ਟੱਪ ਗਈ, ਉਹਨੂੰ ਕੁਆਰਾ ਹੀ ਰਹਿਣ ਦੀਏ ਤੇ ਸਾਰੀ ਜਾਇਦਾਦ ਆਪਣੇ ਪੁੱਤ ਦੀ ਹੋ ਜੂਗੀ। ਬਲਵੀਰ ਕੌਰੇ, ਮੈਨੂੰ ਤੇਤੋਂ ਇਹ ਉਮੀਦ ਨਹੀਂ ਸੀ। ਲਾਣ ਤਾਂ ਤੇਰੀ ਘਟੀਆ ਸੋਚ ਤੇ ਹੀ। ਫਿਰ ਕੀ ਹੋਇਆ, ਉਹ ਮੇਰਾ ਮਤਰੇਆ ਭਰਾ ਹੈ। ਸਾਡੀਆਂ ਮਾਵਾਂ ਚਾਹੇ 2 ਸੀ, ਪਿਓ ਤਾਂ ਇੱਕ ਸੀ, ਆਖਰ ਸਾਡਾ ਖੂਨ ਆ ਉਹ। ਓਹੋ ਸਰਦਾਰ ਜੀ, ਮੈਂ ਤਾਂ ਮਜ਼ਾਕ ਕਰਦੀ ਸੀ, ਤੁਸੀਂ ਤਾਂ ਓਂ ਹੀ ਗੁੱਸਾ ਕਰ ਗਏ। ਮੈਨੂੰ ਹੁਣ ਪਤਾ ਲੱਗਿਆ ਤੂੰ ਉਸ ਦਾ ਵਿਆਹ ਕਿਉਂ ਨਹੀਂ ਹੋਣ ਦਿੰਦੀ ਸੀ, ਬਾਰ-ਬਾਰ ਰਿਸ਼ਤਿਆਂ 'ਚ ਕਿਉਂ ਭਾਨੀ ਮਾਰਦੀ ਸੀ। ਤੂੰ ਉਸ ਦੀ ਸਾਰੀ ਜਾਇਦਾਦ ਤਾਂ ਹੜੱਪਣਾ ਚਾਹੁੰਦੀ ਸੀ। ਆ ਵੇਖ, ਤੇਰੇ ਵਾਸਤੇ ਫੋਨ ਲੈ ਕੇ ਆਇਆ। ਠੀਕ ਹੈ, ਪਰ ਮੈਂ ਇਹਨੂੰ ਲੈ ਕੇ ਕੀ ਕਰੂੰਗੀ? ਮੇਰੇ ਘਰ ਵਾਲਾ ਪੁੱਛੂਗਾ ਕਿੱਥੋਂ ਲੈ ਕੇ ਆਈ ਹੈ। ਕੋਈ ਬਹਾਨਾ ਮਾਰਦੀ। ਉਹ ਤਾਂ ਪਹਿਲਾਂ ਹੀ ਸ਼ੱਕ ਕਰਦਾ ਹੈ। ਚੱਲ ਕੋਈ ਨਾ, ਮੈਂ ਸਾਂਭ ਲਾਂਗੀ। ਮੇਰਾ ਵੀ ਨਾ ਤੇਰੇ ਨਾਲ ਗੱਲਾਂ ਕਰਨ ਨੂੰ ਬੜਾ ਹੀ ਚਿੱਤ ਕਰਦਾ ਸੀ, ਪਰ ਹੁਣ ਫੋਨ ਤੇ ਤੇਰੀ ਆਵਾਜ਼ ਮੈਂ ਰੋਜ਼ ਸੁਣਿਆ ਕਰੂੰਗਾ। ਅੱਛਾ, ਇੰਨਾ ਦਿਲ ਕਰਦਾ ਸੀ। ਹਾਂ, ਚੱਲ ਫਿਰ ਆਪਾਂ ਇੱਥੋਂ ਦੋਵੇਂ ਭੱਜ ਚੱਲੀਏ, ਫਿਰ ਸਾਰੀ ਜ਼ਿੰਦਗੀ ਇਕੱਠੇ ਰਵਾਂਗੇ। ਨਹੀਂ ਨਹੀਂ, ਇਹ ਬੜਾ ਮੁਸ਼ਕਲ ਆ। ਮੈਂ ਤਾਂ ਮਜ਼ਾਕ ਕਰਦੀ ਸੀ, ਤੁਸੀਂ ਤਾਂ ਘਬਰਾ ਹੀ ਗਏ। ਨਹੀਂ, ਮੈਂ ਘਬਰਾਉਂਦਾ ਨਹੀਂ। ਵੱਡੇ ਵੀਰ ਤੇ ਭਾਬੀ ਤੋਂ ਬੜਾ ਡਰ ਲੱਗਦਾ। ਚੱਲ ਮੈਂ ਚੱਲਦੀ ਆਂ। ਉਹ 1 ਮਿੰਟ ਖੜ ਤੇ ਜਾ, ਤੈਨੂੰ ਚਲਾਉਣਾ ਤਾਂ ਸਿਖਾ ਦਾਂ। ਮੈਨੂੰ ਸਭ ਆਉਂਦਾ ਹੈ। ਆ ਕਿਹਦੇ ਨਾਲ ਲੱਗੀ ਹੋਈ ਆ ਫੋਨ ਤੇ? ਮੈਂ ਕਿਹਦੇ ਨਾਲ ਲੱਗਣਾ ਫੋਨ ਤੇ? ਤੁਸੀਂ ਤਾਂ ਹਰ ਵਕਤ ਮੈਨੂੰ ਸ਼ੱਕ ਦੀ ਨਜ਼ਰ ਨਾਲ ਹੀ ਦੇਖਦੇ ਰਹਿੰਦੇ ਹੋ। ਆਹ ਲਓ, ਦੇਖ ਲਓ ਫੋਨ। ਜੇ ਮੈਨੂੰ ਤੇਰੇ ਬਾਰੇ ਕੁਝ ਗਲਤ ਪਤਾ ਲੱਗ ਗਿਆ ਨਾ ਤਾਂ ਤੂੰ ਬਚਣੀ ਐ ਤੇ ਨਾ ਉਹ।
ਕਿਵੇਂ ਆ ਪੂਰਨਿਆ? ਓਏ ਆ ਜਾ, ਲਾਲਾ ਪੈਗ ਕਿਵੇਂ ਮੂੰਹ ਜਾ ਸਿੱਟੀ ਫਿਰਦਾ ਜਿਵੇਂ ਕੁੜੀ ਦੱਬ ਕੇ ਆਇਆ ਹੁੰਨਾ। ਨਹੀਂ ਬਈ, ਅੱਜ ਮੂਡ ਨਹੀਂ, ਅੱਜ ਨਹੀਂ ਪੈਗ ਲਾਉਣਾ। ਲੈ ਪਤੰਦਰ ਆਂਦਿਆਂ ਜੇ ਬੋਤਲ ਖੋਲਦੀ ਏ ਤਾਂ ਹੱਥ 'ਚੋਂ ਖੋਲ ਲੈਣਾ। ਅੱਜ ਤੂੰ ਪੈਗ ਨਹੀਂ ਲਾਂਦਾ। ਨਹੀਂ ਯਾਰ ਬਈ ਸ਼ਿੱਬਿਆ, ਐਦਾਂ ਦੀ ਗੱਲ ਨਹੀਂ, ਅੱਜ ਚੇਤੀ ਨਹੀਂ ਓ ਮੰਨਦਾ। ਯਾਰ ਤੂੰ ਪਾ ਪੈਗ। ਨਹੀਂ ਬਈ। ਓਏ ਅਸੀਂ ਯਾਰ ਆ ਤੇਰੇ ਭਰਾਵਾਂ ਵਰਗੇ, ਸਾਨੂੰ ਨਹੀਂ ਦੱਸੇਗਾ ਕੀ ਗੱਲ ਹੋ ਗਈ? ਬਸ ਬਈ ਯਾਰ, ਸਾਲਾ ਜ਼ਿੰਦਗੀ ਤੋਂ ਮਨ ਜਾ ਭਰਿਆ ਪਿਆ। ਓਏ ਇੱਕ ਹੋਰ ਲਾ ਲਾ, ਜ਼ਖਮ ਜੇ ਲੇਸੇ ਜਾਣਗੇ। ਲਾ 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 ਲਾ, ਲੈ ਫੜ 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 ਲਾ ਲਾ। ਹੁਣ ਦੱਸ ਕੀ ਗੱਲ ਹੋਈ ਐ, ਖੁੱਲ ਕੇ ਦੱਸ ਸਾਰੀ ਗੱਲ। ਬਾਈ ਥੋਨੇ ਨੂੰ ਦੱਸੂਗਾ ਤਾਂ ਹੋਰ ਕਿਹਨੂੰ ਦੱਸੂਗਾ। ਬਾਈ ਯਾਰ ਆਪਣੇ ਛੋਟੇ ਸਰਦਾਰ ਤੇ ਮੇਰੀ ਘਰ ਵਾਲੀ ਵਿੱਚ ਕੁਝ ਗਲਤ ਚੱਲ ਰਿਹਾ। ਉਹ ਗੱਲ ਐਡੀ ਵੱਡੀ ਹੋ ਗਈ, ਤੂੰ ਸਾਨੂੰ ਹੁਣ ਦੱਸਦਾ? ਉਹ ਸਾਨੂੰ ਤੂੰ ਰਗੜ ਕੇ ਫੋੜੇ ਤੇ ਲਾਉਣਾ? ਦੱਸ ਫਿਰ ਅਸੀਂ ਤੇਰੇ ਲਈ ਕੀ ਕਰ ਸਕਦੇ ਹਾਂ। ਬਾਈ ਜੀ ਕਰਦਾ ਸਾਲਿਆਂ ਦਾ ਕਤਲ ਕਰਦਾ, ਪਰ ਮੈਂ ਫਿਰ ਸੋਚਦਾ ਜਵਾਕ ਦਾ ਕੀ ਬਣੂ, ਉਹ ਤਾਂ ਰੁੱਲ ਜੂ ਨਾ। ਰੋਟੀ ਲੈ ਕੇ ਆਵਾਂ ਜੀ? ਨਾਲੇ ਅੱਜ ਇੰਨੀ ਕਿੱਥੋਂ ਪੀ ਕੇ ਆਏ ਹੋ ਤੁਸੀਂ? ਮੈਂ ਨਹੀਂ ਖਾਣੀ ਰੋਟੀ, ਨਾਲੇ ਮੈਂ ਜਿੰਨੀ ਮਰਜ਼ੀ ਪੀ ਕੇ ਆਵਾਂ, ਤੂੰ ਮੈਥੋਂ ਕੀ ਲੈਣਾ? ਮੈਂ ਨਹੀਂ ਲੈਣਾ ਤਾਂ ਹੋਰ ਕਿਹਨੇ ਲੈਣਾ ਕੁਛ? ਮੈਂ ਇੰਨਾ ਵੀ ਨਹੀਂ ਪੁੱਛ ਸਕਦੀ? ਤੂੰ ਸਭ ਜਾਣਦੀ ਐ ਮੇਰੇ ਪੀਣ ਦਾ ਕਾਰਨ, ਬਦਮਾਸ਼ੇ। ਹੁਣ ਤੂੰ ਉੱਚੀਆਂ ਹਵਾਵਾਂ ਚ ਉੱਡਦੀ ਐ, ਤੇਰੇ ਖੰਭ ਨਿਕਲੇ, ਖੰਭ ਤੇਰੇ। ਓਏ ਪੂਰਨਿਆ, ਕਿਉਂ ਜਵਾਕਾਂ ਨੂੰ ਤੰਗ ਕੀਤਾ? ਇੰਨੀ ਸਿਆਣੀ ਜਨਾਨੀ ਹੈ ਤੇਰੀ, ਕਿਉਂ ਐਵੇਂ ਸ਼ੱਕ ਕੀਤਾ? ਉਹ ਚਾਚਾ ਤੈਨੂੰ ਨਹੀਂ ਪਤਾ, ਇਹ ਉੱਤੋਂ ਕੁਝ ਹੋਰ ਤੇ ਵਿੱਚੋਂ ਕੁਝ ਹੋਰ ਐ। ਇਹ ਮੇਰਾ ਘਰ ਤਬਾਹ ਕਰਨ ਨੂੰ ਫਿਰਦੀ ਐ ਇਹ। ਓਏ ਪੈ ਜਾ ਟਿਕ ਜਾ। ਉਹ ਚਾਚਾ ਅੱਜ ਤਾਂ ਮੈਂ ਤੇਰੇ ਅੱਖੇ ਪੈ ਜਾਨਾ, ਪਰ ਮੈਂ ਇਹਦੇ ਨਾਲ ਇੱਕ ਪਾਸਾ ਕਰਕੇ ਹਟੂ, ਇੱਕ ਪਾਸਾ ਕਰਕੇ। ਓ ਜਾ ਪੈ ਜਾ। ਕੁਲਜੀਤ ਪੁੱਤ, ਤੂੰ ਵੀ ਨਾ ਬੋਲਿਆ ਕਰ, ਸਿਆਣੀ ਬਣ ਜਾ। ਕਿੱਥੇ ਚਾਚੀ ਜੀ, ਮੈਂ ਤਾਂ ਰੋਟੀ ਖਾਣ ਲਈ ਕਹਿੰਦੀ ਸੀ, ਮੇਰੇ ਤਾਂ ਐਵੇਂ ਗਲ ਪੈ ਗਿਆ। ਨਾਲੇ ਪਤਾ ਨਹੀਂ ਅੱਜ ਕਿੱਥੋਂ ਇੰਨੀ ਪੀ ਕੇ ਆਇਆ। ਪਤਾ ਨਹੀਂ ਨਾਲੇ ਇਹਦੇ ਦਿਮਾਗ 'ਚ ਕਿਹਨੇ ਪੁੱਠੀਆਂ ਸਿੱਧੀਆਂ ਗੱਲਾਂ ਵਾੜੀਆਂ। ਆਪੇ ਖਾ ਲੂ ਰੋਟੀ ਜਦੋਂ ਭੁੱਖ ਲੱਗੀ, ਤੂੰ ਆਪਦਾ ਕੰਮ ਕਰ। ਜਦੋਂ ਮੈਂ ਉਹਨਾਂ ਦੋਨਾਂ ਬਾਰੇ ਸੋਚਦਾ ਨਾ, ਉਬਾਲੇ ਮਾਰ ਲੱਗ ਜਾਂਦਾ ਹੈ, ਤੇ ਮਾਰੇ ਬਿਨਾਂ ਉਹਨਾਂ ਨੂੰ ਮੈਂ ਵੀ ਨਹੀਂ ਛੱਡਦਾ। ਗੱਲ ਸੁਣ ਪੁੱਤ ਪੂਰਨਿਆ, ਹਾਂਜੀ ਸਰਦਾਰ ਜੀ। ਤਿਉਹਾਰ ਦਾ ਟਾਈਮ ਹੈ, ਕੰਮ ਧੰਦਾ ਟਾਈਮ ਨਾਲ ਨਿਬੇੜ ਲੈ। ਆ ਲੈ, ਦਾਰੂ ਪਿਆਲੇ 'ਚ ਨਾ ਪੈਸੇ ਉਡਾ ਦੀ। ਨਹੀਂ ਸਰਦਾਰ ਜੀ, ਘਰੇ ਬੱਚਿਆਂ ਵਾਸਤੇ ਵੀ ਕੁਝ ਲੈ ਜੀ। ਠੀਕ ਹੈ ਜੀ, ਜਿਵੇਂ ਤੁਸੀਂ ਕਹੋ। ਉਹ ਪੂਰਨ, ਹਾਂਜੀ ਸਰਦਾਰ ਜੀ। ਉਰਾਂ ਆ। ਹਾਂਜੀ ਮੇਲਾ ਗੇਲਾ ਆ ਫੜ ਪੈਸੇ ਤੇ ਜਵਾਕਾਂ ਦਾ ਮਨ ਖੁਸ਼ ਕਰ। ਸਰਦਾਰ ਜੀ, ਜੋ ਤੁਸੀਂ ਕਹਿ ਰਹੇ ਹੋ ਮੈਂ ਸਭ ਸਮਝਦਾ, ਇਹ ਤੁਸੀਂ ਠੀਕ ਨਹੀਂ ਕਰ ਰਹੇ। ਓਏ ਮੈਂ ਕੀ ਗਲਤ ਕਰ ਰਿਹਾ? ਤੁਸੀਂ ਜੋ ਗਲਤ ਕਰ ਰਹੇ ਹੋ ਮੈਂ ਸਭ ਜਾਣਦਾ। ਜੇ ਤੂੰ ਜਾਣਦਾ ਨਾ ਤਾਂ ਫਿਰ ਆਪਣੀ ਜ਼ੁਬਾਨ ਨੂੰ ਲਗਾਮ ਰੱਖੀ। ਚਾਚਾ ਲੜੀ ਕਿਉਂ ਜਾਂਦੇ ਹੋ? ਡੈਡੀ ਚਾਚਾ ਤੇ ਪੂਰਨਾ ਲੜੀ ਜਾਂਦੇ ਆ। ਉਹ ਪੂਰਨਿਆ, ਤੂੰ ਐਸਾ ਹੱਦ ਤੱਕ ਆ ਗਿਆ ਮੇਰੇ ਭਰਾ ਤੇ ਹੱਥ ਚੱਕੇਗਾ?
ਦੇਖਿਆ ਤੇਰੀਆਂ ਕਰਤੂਤਾਂ। ਅੱਜ ਉਹ ਮੇਰੇ ਕਰਕੇ ਚੁੱਪ ਕਰ ਗਿਆ, ਨਹੀਂ ਤਾਂ ਤੇਰੀ ਧੌਣ ਵੱਢ ਕੇ ਛੱਡ ਦਿੰਦਾ। ਸਰਦਾਰ ਜੀ, ਤਿਉਹਾਰ ਦਾ ਟਾਈਮ ਹੈ, ਕਿਉਂ ਮੂਡ ਖਰਾਬ ਕਰੀ ਜਾਂਦੇ ਹੋ? ਆ ਤੂੰ ਚੰਗਾ ਕੀਤਾ ਬਾਈ, ਜਦੋਂ ਹਥਿਆਰ ਚੱਕ ਹੀ ਲਿੱਤਾ ਸੀ। ਤੂੰ ਫਿਰ ਉਹਦੇ ਮਾਰਦਾ, ਸਾਲੇ ਨੂੰ ਉੱਥੇ ਹੀ ਕਰ ਦਿੰਦਾ ਢੇਰੀ। ਮੈਂ ਤਾਂ ਇੱਕ ਗੱਲ ਜਾਣਦਾ ਬਾਈ, ਇੱਕ ਕੁੱਤਾ ਮਾਰਾਂਗੇ ਦੂਜਾ ਆਊ, ਦੂਜਾ ਮਾਰਾਂਗੇ ਤੀਜਾ ਆਊ। ਮੈਂ ਤਾਂ ਕਹਿੰਦਾ ਕੁੰਡਾ ਹੀ ਭੰਨੋ, ਨਾ ਕੁੱਤਾ ਚੱਕੀ ਚੱਟੇ ਤੇ ਨਾ ਭੌਂਕੇ। ਚੇਤਿਆ, ਇਹ ਖਿਆਲ ਤਾਂ ਮੇਰੇ ਮਨ ਵਿੱਚ ਨਾ ਉਸ ਦਿਨ ਹੀ ਆ ਗਿਆ ਸੀ, ਜਿੱਦਣ ਮੈਂ ਉਹਨਾਂ ਬਾਰੇ ਪਹਿਲੀ ਵਾਰੀ ਸੁਣਿਆ ਸੀ। ਪਰ ਮੈਂ ਬੱਚੇ ਬਾਰੇ ਸੋਚ ਜਾਂਦਾ ਯਾਰ, ਉਹ ਮਾਸੂਮ ਦਾ ਕੀ ਬਣੂ। ਹੁਣ ਤੂੰ ਦੱਸ ਬਾਈ, ਕੀ ਕਰਗੇ? ਉਹ ਬਾਕੀ ਫੇਰ ਦੇਖਾਂਗੇ ਕੀ ਕਰਨਾ, ਤੁਸੀਂ ਪੈਗ ਲਗਾਓ। ਅੰਜਾਮ ਚਾਹੇ ਜੋ ਵੀ ਹੋਵੇ, ਹੁਣ ਤਾਂ ਮੈਂ ਇਹਨਾਂ ਦਾ ਘੋਗਾ ਚਿੱਤ ਕਰਕੇ ਹੀ ਹਟਾਂਗਾ। ਛੋਟੇ, ਮੈਂ ਕੀ ਸੁਣ ਰਿਹਾ? ਮੈਨੂੰ ਤੇਤੋਂ ਇਹ ਉਮੀਦ ਨਹੀਂ ਸੀ। ਕੀ ਸੁਣਿਆ ਬਾਈ ਤੁਸੀਂ ਮੇਰੇ ਬਾਰੇ? ਮੈਥੋਂ ਕੀ ਇਹੋ ਜਿਹੀ ਗਲਤੀ ਹੋ ਗਈ? ਗਲਤੀ ਹੁੰਦੀ ਤਾਂ ਮੈਂ ਤੈਨੂੰ ਮਾਫ ਕਰ ਦਿੰਦਾ। ਤੂੰ ਵਿਸ਼ਵਾਸਘਾਤ ਕੀਤਾ, ਵਿਸ਼ਵਾਸਘਾਤ। ਬਾਈ ਜੀ, ਇਹੋ ਜਿਹਾ ਮੈਂ ਕੀ ਵਿਸ਼ਵਾਸਘਾਤ ਕੀਤਾ? ਤੂੰ ਪੂਰਨੇ ਦੇ ਘਰ ਵਾਲੀ ਨਾਲ ਖੇ ਖਾਂਦਾ ਫਿਰਦਾ, ਖੇ ਖਾਂਦਾ। ਨਹੀਂ ਬਾਈ ਜੀ, ਤੁਹਾਨੂੰ ਕੋਈ ਗਲਤਫਹਿਮੀ ਹੋਈ ਹੈ। ਬਸ ਖੁਸ਼ਬਾਜ, ਗਲਤਫਹਿਮੀ ਨਹੀਂ। ਜਿਹੜੇ ਬੰਦੇ ਨੇ ਤੈਨੂੰ ਪੂਰਨੇ ਦੀ ਘਰਵਾਲੀ ਨਾਲ ਦੇਖਿਆ ਹੈ ਨਾ, ਉਹੀ ਬੰਦੇ ਨੇ ਸਾਨੂੰ ਆ ਕੇ ਦੱਸਿਆ। ਹਜੇ ਵੀ ਮੌਕਾ, ਸੁਧਰ ਜਾ। ਓਏ, ਇਸ ਤੋਂ ਪਹਿਲਾਂ ਮੈਂ ਤੈਨੂੰ ਰੰਗੇ ਹੱਥੀ ਫੜਾਂ। ਸੁਧਰ ਜਾ, ਸੁਧਰ ਜਾ, ਮੈਂ ਤੈਨੂੰ ਇੱਕ ਮੌਕਾ ਹੋਰ ਦਿੰਨਾ। ਖੁਸ਼ਬਾਜ, ਤੇਰੇ ਵੀਰ ਨੇ ਤੈਨੂੰ ਇੱਕ ਮੌਕਾ ਇਸ ਕਰਕੇ ਦਿੱਤਾ ਕਿਉਂਕਿ ਤੂੰ ਉਹਦਾ ਮਤਰੇਆ ਭਰਾ ਹੈ, ਤਾਂ ਕਿ ਸਾਨੂੰ ਸਾਰਾ ਪਿੰਡ ਬਾਅਦ 'ਚ ਗੱਲਾਂ ਨਾ ਕਰੇ। ਵੀ ਇਹਨੂੰ ਸਮਝਾਇਆ ਨਹੀਂ। ਜੇ ਮਤਰਾਏ ਭਰਾ ਦਾ ਇੰਨਾ ਹੀ ਫਿਕਰ ਹੁੰਦਾ ਤਾਂ ਮੇਰਾ ਵਿਆਹ ਨਾ ਕਰਵਾ ਦਿੰਦੇ। ਜੇ ਮੇਰਾ ਵਿਆਹ ਹੋਇਆ ਹੁੰਦਾ ਤਾਂ ਅੱਜ ਨੂੰ ਮੇਰੇ ਜਵਾਕ ਵੀ ਜਵਾਨ ਹੁੰਦੇ ਤੇ ਮੈਨੂੰ ਲੋਕਾਂ ਦੇ ਕੰਧਾਂ ਕੋਲੇ ਟੱਪਣ ਦੀ ਲੋੜ ਨਾ ਪੈਂਦੀ। ਪੂਰਨਿਆ, ਤੂੰ ਮੇਰੇ ਤੇ ਦਾਤੀ ਚੁੱਕ ਕੇ ਚੰਗਾ ਨਹੀਂ ਕੀਤਾ। ਸਾਲਿਆ, ਜੇ ਤੇਰੀ ਖੁੰਬ ਨਾ ਠੱਪੀ ਤਾਂ ਮੈਨੂੰ ਸਰਦਾਰ ਖੁਸ਼ਬਾਜ਼ ਸਿੰਘ ਕਿੰਨੇ ਕਹਿਣਾ? ਇਸ ਗੱਲ ਦਾ ਮੈਨੂੰ ਕੁਛ ਨਾ ਕੁਛ ਹੱਲ ਕੱਢਣਾ ਪੈਣਾ, ਨਹੀਂ ਤਾਂ ਇਹਨੇ ਸਾਰੇ ਪਿੰਡ ਵਿੱਚ ਸਾਡੀ ਮਿੱਟੀ ਪਲੀਤ ਕਰ ਦੇਣੀ ਹੈ। ਜੇ ਇਹ ਮੇਰਾ ਮਤਰੇਆ ਭਰਾ ਨਾ ਹੁੰਦਾ ਤਾਂ ਮੈਂ ਗੱਲ ਸੁਣੋ ਬਾਈ, ਸਾਡੇ ਕੋਠੇ ਤੋਂ ਨਾ ਇੱਕ ਰਾਤ ਨੂੰ ਕਾਲੇ ਰੰਗ ਦੀ ਕੁੱਤੀ ਚੱਲਦੀ ਐ ਤੇ 10 ਕੋਠੇ ਜੁੜੇ ਹੋਏ ਐ ਤੇ ਲਾਸਟ ਘਰ ਹੈਗਾ ਗਾਗੜ ਦਾ। ਜਦੋਂ ਇੱਕੇਦਮ ਉਹ ਚੱਲਦੀ ਐ, ਟਾਪ ਗੇਅਰ ਦੇ ਵਿੱਚ ਜਾਂਦੀ ਐ। ਜਦੋਂ ਚੱਲਦੀ ਐ, ਮੈਂ ਤਾਂ ਕਹਿੰਦਾ ਫੁੱਲ ਸਪੀਡਾਂ ਤੇ ਜਾ ਕੇ ਗਾਗੜ ਦੇ ਘਰ ਕੋਲੇ ਜਾ ਕੇ ਇੱਕੇਦਮ ਰੁਕਦੀ ਐ ਨਾ, ਤੇ ਸਾਰੇ ਕੋਠੇ ਆਏ ਹਲਦੇ ਜਿਵੇਂ ਭਚੌਲ ਆਇਆ ਹੁੰਦਾ। ਗੱਪਾ ਕੁੱਤੀ ਆ ਕਿ ਹਾਥੀ ਆ? ਉਹ ਕਿਵੇਂ ਜੱਗੂ ਗੱਪੀ, ਅੱਟੀ ਨਾ ਬਾਬਿਆਂ ਨੂੰ। ਹੋਰ ਇਹਦਾ ਕੰਮ ਕੀ ਆ? ਆ ਜਾਓ ਮੁੰਡਿਓ, ਲਾ ਲਓ ਬਾਜੀ। ਉਹ ਨਾ ਬਾਬਾ ਜੀ, ਅਸੀਂ ਤਾਂ ਖੇਤ ਜਾਣਾ। ਚੱਲ ਜਿੱਤੇ ਚੱਲੀਏ ਯਾਰ, ਪਾਣੀ ਦੀ ਓਏ ਆਜੋ ਵਾਰੀ ਬਾਈ, ਮੈਂ ਤਾਂ ਪਈ ਆ। ਤੁਹਾਨੂੰ ਡਿੱਕੀ ਜਾਂਦਾ ਸੀ, ਬਸ ਚੱਲ ਉਹੀ ਬਹਿ ਗਿਆ ਇਹਨਾਂ ਕੋਲੇ। ਟਾਈਮ ਬਹੁਤ ਹੋ ਗਿਆ। ਸਾਲੀ ਮੌਜ ਨਾ ਪੈ ਗਈ, ਰੋਟੀ ਨਹੀਂ ਬਣਾਉਣੀ ਸੀ।
ਮੰਮੀ ਮੰਮੀ ਉੱਠ ਜਾਓ ਮੰਮੀ। ਪਾਪਾ ਪਾਪਾ ਮੰਮੀ ਉੱਠਦੀ ਨਹੀਂ। ਮੈਂ ਉਠਾਉਣਾ ਪੁੱਤ ਜਾ ਕੇ। ਕੁਲਜੀਤ ਕੁਲਜੀਤ ਚਾਹ ਬਣਾਣਾ ਜਾ ਕੇ। ਪੂਰਨਿਆ ਕਰਤੀ ਨਾ ਤੂੰ ਉਹੀ ਗੱਲ। ਸਰਦਾਰਨੀ ਜੀ ਮੈਂ ਕੀ ਕੀਤਾ? ਤੂੰ ਖੁਸ਼ਬਾਜ ਦਾ ਕਤਲ ਕਰਤਾ। ਹੈ ਖੁਸ਼ਬਾਜ ਦਾ ਵੀ ਕਤਲ ਹੋ ਗਿਆ? ਉਧਰ ਮੇਰੇ ਤਾਂ ਘਰ ਵਾਲੀ ਦਾ ਵੀ ਘਰੇ ਕਤਲ ਹੋਇਆ ਪਿਆ ਜੀ। ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਜੀ। ਮੈਂ ਇਹਨਾਂ ਦੋਨਾਂ ਕਤਲਾਂ ਬਾਰੇ ਕੁਝ ਨਹੀਂ ਜਾਣਦਾ ਜੀ। ਅੱਛਾ, ਜੇ ਤੂੰ ਕਤਲ ਨਹੀਂ ਕੀਤਾ ਫਿਰ ਕਿਹਨੇ ਕੀਤਾ? ਜੇ ਇਹ ਗੱਲ ਸੱਚ ਹੈ ਤੇ ਤੂੰ ਕਿਤੇ ਜਾ ਕੇ ਲੁਕ ਜਾ। ਜੇ ਪੁਲਿਸ ਨੂੰ ਪਤਾ ਲੱਗ ਗਿਆ ਨਾ, ਉਹਨਾਂ ਨੇ ਤੇਰਾ ਮਾਰ-ਮਾਰ ਕੇ ਬੁਰਾ ਹਾਲ ਕਰ ਦੇਣਾ। ਹਾਏ ਰੱਬਾ, ਦੋਨਾਂ ਦਾ ਕਤਲ ਹੋਇਆ? ਇਹ ਕਿੱਦਾਂ ਹੋ ਸਕਦਾ? ਕਿਤੇ ਦੋਨਾਂ ਕਤਲਾਂ ਪਿੱਛੇ ਉਹ ਜੱਗੂ ਗੱਪੀ ਨਹੀਂ ਆਇਆ? ਉਦੋਂ ਕਿਹੜਾ ਆਪਾਂ ਯੱਕਾ ਘਮਾਣਾ, ਸਾਰਾ ਦਿਨ ਤਾਂ ਗੱਪ ਮਾਰਦਾ ਰਹਿੰਦਾ। ਤੂੰ ਨਹੀਂ ਸਾਰੀ ਉਮਰ ਕਾਮਯਾਬ ਹੁੰਦਾ, ਇੱਥੇ ਬੈਠਾ ਪਾਪੜ ਹੀ ਖਾਏਗਾ। ਬਾਈ ਬਣ ਕੇ ਸਾਡੀ ਗਲੀ ਚ ਨਹੀਂ ਐਵੇਂ ਲੋਕਾਂ ਦੇ ਜਵਾਕ ਕੱਟ ਮੈਂ ਰਹੇ। ਜਵਾਕਾਂ ਤੋਂ ਟਿੰਡੇ ਲੈਣੇ ਆ ਗਿਆ ਵੱਡਾ ਗੱਪੀ ਕਿਸੇ ਥਾਂ ਦਾ। ਤੁਸੀਂ ਸੁਣੋ ਬਾਬਾ ਜੀ, ਇੱਕ ਕਵਿਤਾ ਸੁਣਾਉਣ ਲੱਗਿਆ ਮੈਂ। ਗੱਪ ਸੁਣੋ ਜੀ ਗੱਪ ਸੁਣੋ, ਗੱਪ ਸੁਣੋ ਚਿੱਤ ਲਾ ਕੇ। ਹਾਥੀ ਚੜ ਗਿਆ ਪਿੱਪਲ ਤੇ, ਚੱਲ ਪਰਾਂ ਹਟ। ਲਾਲ ਮੀਕਰ ਪਾ ਕੇ। ਕੀੜੀ ਨੇ ਉੱਤੋਂ ਡੇਗਤਾ, ਲੱਤ ਚ ਲੱਤ ਡਾ ਕੇ। ਆਉਂਦੇ ਆਉਂਦੇ ਦੀ ਉਹਦੀ ਲੱਤ ਟੁੱਟੀ, ਮੱਛਰ ਨੇ ਮਾਰਿਆ ਪਟਕਾ ਕੇ। ਕੁੱਤਾ ਲੈ ਗਿਆ ਚੱਕੀ ਨੂੰ ਤੇ ਕੋਲੂ ਨੂੰ ਲੈ ਕੇ ਕਾਂ। ਗਧਾ ਖਾ ਗਿਆ ਗਾਜਰਾਂ, ਇੱਕ ਤੇ 60 ਘਮਾ। ਲੈ ਹੋਰ ਸੁਣ ਲੋ ਗੱਪ ਇਸ ਤੋਂ ਵੱਡੇ ਗੱਪੀ ਤੋਂ। ਮੈਸ ਚੜ ਗਈ ਜੰਡ ਤੇ, ਲੈ ਕੇ ਰੱਬ ਦਾ ਨਾਂ। ਹੁਣ ਜਵਾਨਾ ਇਹੋ ਜਿਹਾ ਉਹ ਕੁੱਤੇ ਨੂੰ ਭੌਂਕੇਗਾ। ਲੈ ਕਰ ਲਾ ਇਹਦੇ ਨਾਲ ਗੱਲ। ਆਂਦੇ ਜੱਗੂ ਨੇ ਆਇਆ, ਇਹਦੇ ਕੋਲੇ ਚੱਜ ਦੀ ਗੱਲ ਹੁੰਦੀ ਆ ਬਾਈ ਕੋਈ? ਸੱਥ 'ਚ ਆ ਕੇ ਸਾਰਾ ਦਿਨ ਭਕਾਈ ਮਾਰਦਾ। ਕੱਲ ਕਿਤੇ ਜਾਈ ਜਾਂਦਾ ਸੀ ਸਾਈਕਲ ਤੇ। ਸਾਈਕਲ ਤੇ? ਆ ਦੂਲੋ, ਆ ਨਰੂਆਣਾ, ਭੁੱਚੋ ਮੰਡੀ, ਜੇਠੂਗੜਾ, ਰਾਮਪੁਰਾ, ਤਪਾ, ਬਰਨਾਲਾ, ਬਠਿੰਡਾ, ਚੰਡੀਗੜ੍ਹ, ਫਿਰੋਜ਼ਪੁਰ, ਫਰੀਦਕੋਟ, ਲੁਧਿਆਣਾ, ਪਟਿਆਲਾ, ਜਵਾਰ ਕੇ ਮਾਨਸਾ, ਲਾਲਿਆਂ ਨੇ ਗਿਆ ਸੀ। ਲੈ ਐਡਾ ਵੱਡਾ ਗੱਪ। ਕੁੱਤੇ ਤਾਂ ਫੇਲ ਸੀ ਸਾਈਕਲ ਤੇ, ਜਾ ਆਇਆ ਇੰਗਲੈਂਡ। ਪੂਰਨਿਆ, ਉਹ ਪੂਰਨਿਆ, ਲੈ ਫੜ ਚਾਹ ਪੀ। ਬਾਈ ਅਸਲੀ ਕਾਤਲ ਦਾ ਕੁਝ ਪਤਾ ਲੱਗਾ? ਹਾਲੇ ਕੋਈ ਪਤਾ ਨਹੀਂ ਲੱਗਿਆ। ਜਦੋਂ ਅਸਲੀ ਕਾਤਲ ਦਾ ਪਤਾ ਲੱਗ ਗਿਆ ਤੈਨੂੰ ਦੱਸ ਦਿਆਂਗੇ। ਤੂੰ ਇੱਥੇ ਲੁਕਿਆ ਰਹਿ। ਤੇ ਬਾਈ ਹਰਨੂਰ? ਤੂੰ ਫਿਕਰ ਨਾ ਕਰ, ਹਰਨੂਰ ਨੂੰ ਮੈਂ ਲੈ ਗਿਆ ਸੀ ਘਰ। ਹਾਂ, ਪਰ ਆਪਦੀ ਮੰਮੀ ਨੂੰ ਤਾਂ ਤੈਨੂੰ ਯਾਦ ਕਰਕੇ ਥੋੜਾ ਰੋਂਦਾ ਜ਼ਰੂਰ ਹੈ। ਯਾਰ ਇੱਕ ਗੱਲ ਸਮਝ ਨਹੀਂ ਆਈ ਕਿ ਤੇਰੀ ਘਰ ਵਾਲੀ ਤੇ ਖੁਸ਼ਵਾਜ ਨੂੰ ਮਾਰ ਕੇ ਤੇਰੇ ਤੋਂ ਬਿਨਾਂ ਕਿਸੇ ਨੂੰ ਕੀ ਫਾਇਦਾ ਹੋ ਸਕਦਾ? ਮੈਥੋਂ ਯਾਰ ਕੀ ਮਤਲਬ? ਤੁਹਾਨੂੰ ਹਾਲੇ ਵੀ ਮੇਰੇ ਤੇ ਯਕੀਨ ਨਹੀਂ? ਓਏ ਇਹ ਮਤਲਬ ਨਹੀਂ ਮੇਰਾ। ਫਾਇਦਾ ਹੋ ਸਕਦਾ ਸੀ ਵਿਆਹ। ਕੁਲਜੀਤ ਕੌਰ ਦਾ ਫਾਇਦਾ ਉਠਾ ਕੇ ਖੁਸ਼ਬਾਜ ਦਾ ਕਤਲ ਕਰਕੇ ਸਾਰੀ ਪ੍ਰਾਪਰਟੀ ਉਹਦੇ ਪੁੱਤਰ ਦੇ ਨਾਂ ਹੋ ਸਕਦੀ ਹੈ, ਤਾਂ ਕਿ ਪੂਰਨਾ ਆਪੇ ਜੇਲ੍ਹ ਵਿੱਚ ਸੜਿਆ ਰਹੂ। ਨਹੀਂ ਬਾਈ, ਮੇਰਾ ਦਿਲ ਨਹੀਂ ਮੰਨਦਾ। ਵੱਡਾ ਸਰਦਾਰ ਇਹ ਕੰਮ ਨਹੀਂ ਕਰ ਸਕਦਾ ਕਦੇ। ਓਏ ਅਸੀਂ ਕਦੋਂ ਕਹਿੰਦੇ ਆ ਵੱਡਾ ਸਰਦਾਰ ਕਰ ਸਕਦਾ? ਪਰ ਇਹ ਵੀ ਹੋ ਸਕਦਾ ਨਾ ਇਹ ਕੰਮ ਕਿਸੇ ਤੋਂ ਪੈਸੇ ਦੇ ਕੇ ਕਰਵਾਇਆ ਹੋਵੇ।
ਓਏ ਵੱਡੇ ਲੋਕਾਂ ਤੇ ਵਿਸ਼ਵਾਸ ਨਹੀਂ ਕਰੀਦਾ। ਓਏ ਤਾਂ ਜ਼ਮੀਨ ਜਾਇਦਾਦ ਦੀ ਖਾਤਰ ਆਪਣੇ ਸਗੇ ਭਰਾ ਨੂੰ ਵੀ ਮਰਵਾ ਦਿੰਦੇ ਆ। ਇਹ ਤਾਂ ਫਿਰ ਵੀ ਮਤਰੇਆ ਸੀ। ਚੱਲ ਠੀਕ ਹੈ, ਜਿੰਨਾ ਚਿਰ ਅਸਲੀ ਕਾਤਲ ਦਾ ਪਤਾ ਨਹੀਂ ਲੱਗਦਾ ਤੂੰ ਇਸੇ ਤਰ੍ਹਾਂ ਹੀ ਲੁਕਿਆ ਰਹਿ। ਅਸੀਂ ਦਿੰਦੇ ਰਹਾਂਗੇ ਤੈਨੂੰ ਖਬਰ। ਤੇ ਬਈ ਹਰਨੂਰ ਦਾ ਖਿਆਲ ਰੱਖੀ। ਤੂੰ ਫਿਕਰ ਨਾ ਕਰੀ, ਆ ਜਾ ਸਿੱਬਿਆ। ਹਾਂਜੀ ਸਰਦਾਰ ਜੀ, ਸੋਨੂੰ ਕਿਸੇ ਤੇ ਕੋਈ ਸ਼ੱਕ ਜਾਂ ਕੋਈ ਜਾਤੀ ਦੁਸ਼ਮਣੀ ਹੋਵੇ ਕਿਸੇ ਨਾਲ ਕੋਈ? ਨਹੀਂ ਨਹੀਂ ਥਾਣੇਦਾਰ ਸਾਹਿਬ, ਸਾਡੀ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ। ਸਾਨੂੰ ਕਿਸੇ ਤੇ ਕੋਈ ਸ਼ੱਕ ਨਹੀਂ। ਸਾਡੀ ਤਾਂ ਪਿੰਡ ਬਹੁਤ ਇੱਜ਼ਤ ਕਰਦਾ ਜੀ। ਖੁਸ਼ਬਾਜ ਦਾ ਜਾਂ ਕਿਸੇ ਨਾਲ ਕਦੇ ਕੋਈ ਲੜਾਈ ਝਗੜਾ ਹੋਇਆ ਹੋਵੇ? ਹਾਂਜੀ ਅੰਕਲ ਜੀ, ਕੁਝ ਦਿਨ ਪਹਿਲਾਂ ਮੇਰੇ ਚਾਚੇ ਦੀ ਕਾਮੇ ਪੂਰਨੇ ਨਾਲ ਲੜਾਈ ਹੋਈ ਸੀ ਤੇ ਕਾਮੇ ਪੂਰਨੇ ਨੇ ਦਾਤੀ ਵੀ ਚੁੱਕੀ ਸੀ। ਹਾਂਜੀ, ਇਹ ਉਹੀ ਪੂਰਨੇ ਦੀ ਗੱਲ ਕਰ ਰਿਹਾ ਜਿਹੜਾ ਆਪਣਾ ਕੰਮ ਹੈ। ਮੈਂ ਨਹੀਂ ਜਾਣਦਾ ਥਾਣੇਦਾਰ ਜੀ ਇਹ ਕਿੱਥੋਂ ਤੱਕ ਗੱਲ ਸੱਚ ਹੈ, ਪਰ ਸਾਡਾ ਸ਼ੀਰੀ ਇੱਕ ਦਿਨ ਪੂਰਨਾ ਮੈਨੂੰ ਦੱਸਦਾ ਸੀ ਕਿ ਤੁਹਾਡੇ ਭਰਾ ਤੇ ਮੇਰੇ ਘਰ ਵਾਲੀ ਦੇ ਵਿੱਚ ਕੁਝ ਨਾ ਕੁਝ ਚੱਲ ਰਿਹਾ ਹੈ। ਹਾਂ ਬਾਈ ਜੀ, ਅਸੀਂ ਪੂਰਨੇ ਦੇ ਆਂਢ ਗੁਆਂਢ ਚੋਂ ਵੀ ਸਾਰਿਆਂ ਦੇ ਬਿਆਨ ਲਏ ਆ। ਉਹ ਤਾਂ ਕਹਿੰਦੇ ਪੂਰਨਾ ਅੱਜ ਤੱਕ ਕਿਸੇ ਨਾਲ ਲੜੇ ਨਹੀਂ ਗਈ। ਇਹ ਗੱਲ ਸੱਚ ਆ ਜੀ, ਉਹ ਸਾਡੇ ਹੱਥਾਂ 'ਚ ਤਾਂ ਪਲਿਆ, ਉਹਨੇ ਤਾਂ ਕਦੇ ਕੀੜੀ ਵੀ ਨਹੀਂ ਮਾਰੀ। ਜੇ ਇਹ ਗੱਲ ਹੈ ਜੀ ਤਾਂ ਫਿਰ ਉਹ ਲੁਕਦਾ ਕਿਉਂ ਫਿਰਦਾ? ਇਹਦੇ ਬਾਰੇ ਸਾਨੂੰ ਤਾਂ ਕੁਝ ਨਹੀਂ ਪਤਾ ਕਿ ਉਹ ਕਿਉਂ ਲੁਕਿਆ ਫਿਰਦਾ। ਇਹ ਤਾਂ ਹੁਣ ਜਦੋਂ ਪੂਰਨਾ ਸਾਹਮਣੇ ਆਊਗਾ ਉਦੋਂ ਹੀ ਪਤਾ ਲੱਗੂਗਾ। ਠੀਕ ਹੈ ਜੀ, ਜਦੋਂ ਤੱਕ ਅਸੀਂ ਅਸਲੀ ਕਾਤਲ ਤੱਕ ਨਹੀਂ ਪਹੁੰਚਦੇ ਉਦੋਂ ਤੱਕ ਸਾਡਾ ਇਸ ਘਰ ਵਿੱਚ ਆਉਣਾ ਜਾਣਾ ਲੱਗਾ ਹੀ ਰਹੂਗਾ। ਠੀਕ ਹੈ ਜੀ। ਖੁਸ਼ਬਾਜ ਦਾ ਕਤਲ ਕਿਹਨੇ ਕੀਤਾ? ਇਹਦੇ ਪਿੱਛੇ ਕਿਹਦਾ ਹੱਥ ਹੋ ਸਕਦਾ? ਕਿਤੇ ਸਰਦਾਰ ਜੀ ਨੇ ਗੁੱਸੇ ਵਿੱਚ ਆ ਕੇ ਉਹਦਾ ਕਤਲ ਤਾਂ ਨਹੀਂ ਕਰਵਾਤਾ? ਨਹੀਂ ਨਹੀਂ, ਸਰਦਾਰ ਜੀ ਤਾਂ ਆਪਦੇ ਭਰਾ ਨੂੰ ਪਿਆਰ ਹੀ ਬਹੁਤ ਕਰਦੇ ਨੇ। ਖੁਸ਼ਬਾਜ ਨੂੰ ਮਰਵਾਉਣ ਪਿੱਛੇ 3 ਜਣਿਆਂ ਦਾ ਫਾਇਦਾ ਹੋ ਸਕਦਾ ਸੀ। ਇੱਕ ਪੂਰਨੇ ਦੀ ਘਰਵਾਲੀ ਦਾ, ਦੂਸਰਾ ਸਰਦਾਰ ਜੀ ਦਾ ਤੇ ਤੀਸਰਾ ਸਰ ਜੀ, ਮੈਡੀਕਲ ਰਿਪੋਰਟ ਦੇ ਅਨੁਸਾਰ ਦੋਨੋਂ ਕਤਲ ਇੱਕ ਬੰਦਾ ਤਾਂ ਕਰ ਨਹੀਂ ਸਕਦਾ ਜੀ। ਲక్ష్మణ ਜੀ, ਤੁਹਾਡੇ ਕਹਿਣ ਦਾ ਮਤਲਬ ਕੀ ਆ? ਸਰ ਜੀ ਆਏ ਆ, ਮੈਡੀਕਲ ਰਿਪੋਰਟ ਦੇ ਮੁਤਾਬਕ ਨਾ 10 ਮਿੰਟ ਦਾ ਫਾਸਲਾ ਹੀ ਦੋਨੋਂ ਕਤਲ 'ਚ। ਪੂਰਨੇ ਦੇ ਘਰ ਵਾਲੀ ਦਾ ਕਤਲ ਹੈ ਜਿਹੜਾ ਉਹ ਘਰੇ ਹੋਇਆ, ਤੇ ਖੁਸ਼ਬਾਗ ਦਾ ਕਤਲ ਹੈ ਜਿਹੜਾ ਉਹ ਨੌਰੇ 'ਚ ਹੋਇਆ ਜੀ। ਇਹ ਵੀ ਤਾਂ ਹੋ ਸਕਦਾ ਕੁਲਜੀਤ ਕੌਰ ਦਾ ਕਤਲ ਬਾੜੇ 'ਚ ਹੋਇਆ ਹੋਵੇ, ਉਦੋਂ ਬਾਅਦ ਉਹਨਾਂ ਨੂੰ ਉਹਦੇ ਘਰੇ ਸਿੱਟਿਆ ਹੋਵੇ। ਮੈਨੂੰ ਤਾਂ ਸਾਹਿਬ ਪੂਰਾ ਯਕੀਨ ਹੈ ਜੀ, ਇਹ ਦੋਨੇ ਕਤਲ ਪੂਰਨੇ ਨੇ ਕੀਤੇ ਜੀ। ਪਾਣੀ ਚਾਹੇ ਜਿੰਨਾ ਮਰਜ਼ੀ ਉਬਲ ਜੇ, ਕਦੇ ਅੰਗਾਰ ਨਹੀਂ ਬਣਦਾ ਹੁੰਦਾ। ਸਰ ਜੀ, ਤੁਸੀਂ ਕਹਿਣਾ ਕੀ ਚਾਹੁੰਦੇ ਜੀ? ਮੈਂ ਕਹਿਣਾ ਚਾਹੁੰਦਾ, ਦਿਲਵਾਗ ਦੇ ਕਹਿਣ ਮੁਤਾਬਕ ਪੂਰਨੇ 'ਚ ਇੰਨੀ ਹਿੰਮਤ ਤੇ ਔਕਾਤ ਤਾਂ ਲੱਗਦੀ ਨਹੀਂ ਵੀ ਉਹ 2 ਕਤਲ ਕਰਦੇ। ਤੁਸੀਂ ਛੋਟੀ ਤੋਂ ਛੋਟੀ ਗੱਲ ਨੂੰ ਪੂਰੇ ਗੌਰ ਨਾਲ ਲਓ। ਓਕੇ ਸਰ ਜੀ। ਉਹ ਹੱਥ ਵਾਲਿਆ, ਲਿਆ ਗਰਮਾ ਗਰਮ ਕੁੱਕੜ। ਨਹੀਂ ਬਣਿਆ ਪਹਿਲਾਂ ਅੰਡੇ ਦੇ। ਓਏ ਇਹਨੂੰ ਵੀ ਦੇ ਦੇ ਮੇਰੇ ਨਾਂ ਦੇ। ਅੱਜ ਮਿੱਤਰਾਂ ਦੀਆਂ ਜੇਬਾਂ ਫੁੱਲ ਟਾਈਟ ਐ। ਬੰਦਿਆਂ ਨੂੰ ਦੱਸ ਦੇ ਤੇਰੇ ਨਾਲ ਕੌਣ ਕੌਣ ਸੀ? ਨਹੀਂ ਜੀ, ਮੇਰੇ ਨਾਲ ਕੋਈ ਨਹੀਂ। ਜੀ ਦੱਸਦਾ ਹੀ, ਮੇਰੇ ਨਾਲ ਪਾਲਾ ਤੇ ਜੱਗਾ ਸੀ ਗਈ। ਚਲੋ ਓਏ। ਗੱਲ ਸੁਣੋ ਦੁਰਮਟਾ ਜਿਆ, ਮੈਂ ਤੈਨੂੰ ਇੱਕ ਹੱਡ ਬੀਤੀ ਸੁਣਾਉਣ ਲੱਗਿਆ ਆਪਦੇ ਦਿਲ ਦੀ। ਮੇਰੇ ਨਾਲ ਨਾ ਇੱਕ ਪਰੀਆਂ ਤੋਂ ਵੀ ਵੱਧ ਸੋਹਣੀ ਕੁੜੀ ਪਿਆਰ ਕਰਦੀ ਏ। ਵੱਡਾ ਸਾਹਿਬਾ ਦੀ ਭੂਆ ਦਾ ਮੁੰਡਾ। ਉਹਨੇ ਮੈਨੂੰ ਚਿੱਠੀ 'ਚ ਸ਼ੇਰ ਲਿਖਿਆ, ਸ਼ੇਰ। ਕਹਿੰਦੀ ਫੂਲ ਮਤ ਤੋੜੋ, ਬਗੀਚੇ ਕੀ ਸ਼ਾਨ ਜਾਤੀ ਹੈ, ਜਬ ਤੁਮ रूठ जाते हो हमारी जान जाती है। मैं जवाब पता किवें लिखिया, दंद कड्ढी जन्ना।
ਸਾਡੇ ਤਾਂ ਕਰਮਾਂ ਤੇ ਠੋਕਰਾਂ ਲਿਖੀਆਂ, ਦਰ ਦੇ ਧੱਕੇ ਖਾਂਦੇ ਆ। ਬਸ ਇੱਕ ਤੇਰੇ ਕੋਲ ਹੀ ਸੱਚ ਦੱਸਦੇ ਆ ਚੰਦਰੀਏ, ਇਹੋ ਜਿਹਾ ਕੋਲ ਤਾਂ ਗੱਪ ਹੀ ਮਾਰੀ ਜਾਂਦੇ ਆ। ਵੱਡਾ ਲਖਾਰੀ ਨੈਬ ਜੋ ਨਾਲੇ ਆਣੇ ਵਾਲਾ। सीसी भरी गुलाब की पत्थर से तोड़ दूं, जे तुम मिल जाए तो आ दुनिया को छोड़ दूं। मैं लिखता बोतल भरी शराब दी, 2 पैग ला के साथ च जाने ऐ, जदों तेरी याद आवे चन्नीए, ए तो खो के पापड़ खाने ऐ। ਛੋਟੇ ਜੋ ਪਾਲਾ ਤੇ ਜੱਗਾ ਕੌਣ ਆ ਓਏ? ਉਹ ਤੁਹਾਨੂੰ ਸੁਣਿਆ ਨਹੀਂ? ਪਾਲਾ ਤੇ ਜੱਗਾ ਕੌਣ ਆ ਤੁਹਾਡੇ ਚੋਂ? ਜਨਾਬ ਆ ਪਾਲਾ ਤੇ ਉਹ ਜੱਗਾ ਜੀ। ਇਹਨੂੰ ਜਾਣਦੇ ਹੋ ਓਏ? ਜਨਾਬ ਨਹੀਂ, ਅਸੀਂ ਤਾਂ ਪਤਾ ਨਹੀਂ ਜੇ ਕੌਣ ਆ, ਪਰ ਇੰਨਾ ਜਾਣਦੇ ਕਿ ਸਾਡੇ ਪਿੰਡ ਦਾ ਬੰਦਾ ਜੀ। ਜੇ ਤੁਹਾਡੇ ਪਿੰਡ ਦਾ ਇਹ ਤਾਂ ਇਹਨੂੰ ਪੈਸੇ ਕਾਦੇ ਵਾਸਤੇ ਦਿੱਤੇ ਤੇ? ਸਰ ਅਸੀਂ ਕੋਈ ਪੈਸੇ ਨਹੀਂ ਦਿੱਤੇ ਜੀ ਇਹਨਾਂ ਨੂੰ, ਅਸੀਂ ਤਾਂ ਪੈਸੇ ਨੂੰ ਤਰਸਦੇ ਫਿਰਦੇ ਹਾਂ ਜੀ। ਓਏ ਸੱਚ ਦੱਸ ਦਿਓ ਬੰਦਿਆਂ ਵਾਂਗੂ, ਨਹੀਂ ਤਾਂ ਚਮੜੀ ਤੇ ਢੇੜ ਦਿਆਂਗੇ। ਜਨਾਬ ਬੰਦਿਆਂ ਕੋਲ ਤਾਂ ਦੱਸੀ ਜਾਂਦੇ ਜੀ, ਸਾਡੇ ਕੋਲ ਇਹਨੂੰ ਦੇਣ ਨੂੰ ਪੈਸੇ ਕਿੱਥੇ? ਸਾਡਾ ਤਾਂ ਆਪਦਾ ਟਾਈਮ ਪਾਸ ਮਸਾ ਹੁੰਦਾਗਾ। ਆ ਦੇਖ ਲਓ ਇਹ ਕਿਵੇਂ ਬੋਲਦਾ, ਪਾ ਲਓ ਸਾਲੇ ਨੂੰ ਮੁੱਦਾ। ਕਿਵੇਂ ਆਣਾ ਹੋਇਆ ਥਾਣੇਦਾਰ ਸਾਹਿਬ? ਅਸੀਂ ਅਸਲੀ ਕਾਤਲ ਨੂੰ ਫੜਨ ਵਾਸਤੇ ਆਇਆ। ਕੌਣ ਆ ਅਸਲੀ ਕਾਤਲ? ਕਤਲ ਕਰਨ ਵਾਲੇ 3 ਦੋਸ਼ੀ ਨੇ। ਸੋਨੂੰ ਕਿਉਂ ਤਰੇਲੀਆਂ ਆ ਰਹੀਆਂ ਨੇ ਸਰਦਾਰਨੀ ਜੀ? ਕੀ ਬਕਵਾਸ ਕਰ ਰਹੇ ਥਾਣੇਦਾਰਾ? ਬਕਵਾਸ ਨਹੀਂ, ਸੱਚ ਤੁਸੀਂ ਦੱਸੋਗੇ ਜਾਂ ਫਿਰ ਅਸੀਂ ਦੱਸੀਏ? ਮੈਂ ਕੁਝ ਸਮਝੀ ਨਹੀਂ, ਤੁਸੀਂ ਕੀ ਆਲਤੂ ਫਾਲਤੂ ਬੋਲੀ ਜਾ ਰਹੇ ਹੋ? ਆਲਤੂ ਫਾਲਤੂ ਨਹੀਂ ਤਾਂ ਫਿਰ ਸੱਚ ਸੁਣੋ ਕੀ ਆ। ਗੱਲ ਸੁਣੋ, ਜਿਹੜਾ ਕੰਮ ਮੈਂ ਤੁਹਾਨੂੰ ਕਿਹਾ ਨਾ, ਬੜੀ ਚਲਾਕੀ ਨਾਲ ਹੋਣਾ ਚਾਹੀਦਾ। ਜੇ ਮੈਂ ਫਸੀ ਨਾ, ਮੇਰੇ ਨਾਲ ਤੁਸੀਂ ਤਿੰਨੋਂ ਵੀ ਮਾਰੇ ਜਾਓਗੇ। ਆ ਫੜੋ ਪੈਸੇ, ਤੇ ਕਿਸੇ ਨੂੰ ਕੰਨੋ ਕੰਨ ਭਨਕ ਨਹੀਂ ਲੱਗਣੀ ਚਾਹੀਦੀ। ਹਾਂ ਠੀਕ ਹੈ ਸਰਦਾਰਨੀ ਜੀ, ਚਲੋ। ਇਸ ਲਾਲਚ ਦੇ ਰਾਹ ਤੇ ਮੈਂ ਤੁਰਤਾ ਪਈ। ਜੇ ਕਿਤੇ ਫੜੇ ਗਏ ਤਾਂ ਮੇਰੀ ਇੱਜ਼ਤ ਮਿੱਟੇ 'ਚ ਤਾਂ ਨਹੀਂ ਰੁਲ ਜੂਗੀ। ਉਹ ਤੂੰ ਆਈ ਨਹੀਂ, ਕਾਫੀ ਰਾਤ ਹੋ ਗਈ ਹੈ, ਨਾਲੇ ਹੁਣ ਤੱਕ ਕਾਕਾ ਵੀ ਸੌਂ ਗਿਆ ਹੋਣਾ। ਨਹੀਂ ਖੁਸ਼ਬਾਜ, ਮੈਂ ਹਜੇ ਨਹੀਂ ਆ ਸਕਦੀ। ਹਲੇ ਕਾਕਾ ਕੱਲਾ ਹੈ ਘਰੇ, ਨਾਲੇ ਜੇ ਪਿੱਛੋਂ ਪੂਰਨ ਆ ਗਿਆ ਨਾ, ਉਹਨੇ ਫੇਰ ਕਲੀਸ ਕਰਨਾ ਹੈ। ਉਹ ਤਾਂ ਪਹਿਲਾਂ ਹੀ ਆਪਣੇ ਤੇ ਸ਼ੱਕ ਕਰਦਾ ਹੈ। ਮੈਨੂੰ ਲੱਗਦਾ ਪੂਰਨ ਤੇ ਸਰਦਾਰ ਵਿੱਚ ਲੜਾਈ ਹੋ ਗਈ। ਹਾਏ ਰੱਬਾ, ਪਰ ਮੈਂ ਆਪਣੇ ਦਿਓਰ ਨੂੰ ਮਰਵਾਉਣ ਦਾ ਕਿਹਾ ਸੀ। ਪੂਰਨੇ ਦੀ ਘਰਵਾਲੀ ਦਾ ਕਿਵੇਂ ਕਤਲ ਹੋਇਆ ਮੈਨੂੰ ਨਹੀਂ ਪਤਾ। ਸਾਲਿਓ ਦੇਖ ਲਿਆ ਉਹਨੇ ਆਪਾਂ ਨੂੰ।
ਬਲਬੀਰ ਕੌਰੇ, ਤੇਰੀ ਐਨੀ ਘਟੀਆ ਸੋਚ ਨੇ ਇੱਕ ਨਹੀਂ ਅੱਜ 2-2 ਘਰ ਬਰਬਾਦ ਕਰਕੇ ਰੱਖਤੇ, 2-2 ਘਰ। ਹਾਏ ਓ ਰੱਬਾ, ਮੈਂ ਕੀ ਕਰ ਬੈਠੀ। ਮੇਰੇ ਲਾਲਚ ਦੀ ਇੱਕ ਛੋਟੀ ਜੀ ਚਿੰਗਾਰੀ ਨੇ ਕਦੋਂ ਲਾਟ ਦਾ ਰੂਪ ਧਾਰਨ ਕਰ ਲਿਆ, ਮੈਨੂੰ ਪਤਾ ਹੀ ਨਹੀਂ ਲੱਗਿਆ। ਤੇ ਕਦੋਂ ਮੈਂ ਸਰਦਾਰਨੀ ਤੋਂ ਕਾਤਲ ਬਣ ਗਈ। ਪੂਰਨਿਆ, ਉਹ ਪੂਰਨਿਆ, ਅੱਜ ਅਸਲੀ ਕਾਤਲ ਫੜਿਆ ਗਿਆ। ਕੌਣ ਆ ਬਾਈ ਉਹ? ਬਲਬੀਰ ਕੌਰ। ਬਲਬੀਰ ਕੌਰ? ਜ਼ਮੀਨ ਜਾਇਦਾਦ ਦੇ ਲਾਲਚ ਵਿੱਚ ਇਨਸਾਨ ਇੰਨਾ ਗਿਰ ਜਾਂਦਾ ਹੈ, ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ।